Hello students, I'm your teacher Dr. Satwinder Kaur. In today's lecture, we are going to discuss the fiscal federalism and the principles of a fiscal federalism or federal finance. ਇਸ ਨੂੰ multi-unit finance ਦੇ ਨਾਮ ਨਾਲ ਵੀ ਅਸੀਂ ਜਾਣਦੇ ਹਾਂ. So first of all, the meaning of federalism. ਫੈਡਰਲਿਜ਼ਮ ਬੇਸਿਕਲੀ ਇੱਕ ਐਸੋਸੀਏਸ਼ਨ ਹੈ ਜਿਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਸਟੇਟਸ ਕੰਮ ਕਰਦੀਆਂ ਨੇ. ਬੇਸਿਕਲੀ ਦਿਸ ਇਜ਼ ਅ ਸੈਟਅਪ ਜਿਹਦੇ ਵਿੱਚ ਦੇਅਰ ਇਜ਼ ਐਟਲੀਸਟ 2 layers of government, that is there must be more than 2 layers of the government or 2 layers of the government. ਜਿਵੇਂ ਆਪਣੇ ਇੰਡੀਆ ਦੇ ਵਿੱਚ ਫਿਸਕਲ ਫੈਡਰਲਿਜ਼ਮ ਹੈ ਬਿਕੋਜ਼ ਇੱਥੇ ਸੈਂਟਰ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਹੈ, ਫਿਰ ਉਸ ਤੋਂ ਬਾਅਦ ਥਰਡ ਲੇਅਰ ਵੀ ਹੈ, ਦੈਟ ਇਜ਼ ਦਾ ਲੋਕਲ ਬੋਡੀਜ਼, ਚਾਹੇ ਉਹ ਪੰਚਾਇਤੀ ਰਾਜ ਇੰਸਟੀਟਿਊਸ਼ਨ ਹੈ, ਚਾਹੇ ਉਹ ਮਿਊਨਿਸਪਲ ਕਾਰਪੋਰੇਸ਼ਨਸ ਹੈ ਜਿਨ੍ਹਾਂ ਨੂੰ ਆਪਾਂ ਅਰਬਨ ਲੋਕਲ ਬੋਡੀਜ਼ ਦਾ ਨਾਮ ਦਿੰਦੇ ਹਾਂ. ਸੋ ਬੇਸਿਕਲੀ ਫੈਡਰਲ ਗਵਰਨਮੈਂਟ ਦਾ ਏਮ ਜੋ ਹੈ ਉਹ ਮਲਟੀਪਲਿਸਿਟੀ ਇਨ ਯੂਨਿਟੀ ਹੁੰਦੀ ਹੈ ਕਿ ਦੈਟ ਇਜ਼ ਕਿ ਸਾਰੀਆਂ ਗਵਰਨਮੈਂਟਸ ਆਪਣੇ ਆਪਣੇ ਵਿੱਚ ਅਟੋਨਮਸ ਨੇ ਬਟ ਫਿਰ ਵੀ ਇੱਕ ਦੂਜੇ ਦੇ ਉੱਤੇ ਇੰਟਰਡਿਪੈਂਡੈਂਟ ਨੇ. Now come to the principles of federalism or multi-unit finance. There are basically 8 principles of federalism. ਜਿਸ ਦੇ ਵਿੱਚ ਪਹਿਲਾ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਫਾਈਨੈਂਸ਼ੀਅਲ ਇੰਡੀਪੈਂਡੈਂਸ ਐਂਡ ਰਿਸਪੌਂਸਿਬਿਲਿਟੀ. ਇਸ ਦਾ ਮਤਲਬ ਇਹ ਹੈ ਕਿ ਦੋਨੋਂ ਹੀ ਸੈਂਟਰ ਤੇ ਸਟੇਟ ਗਵਰਨਮੈਂਟ ਕੋਲ ਇੰਨੇ ਕੁ ਰਿਸੋਰਸਿਸ ਹੋਣੇ ਚਾਹੀਦੇ ਨੇ ਕਿ ਉਹ ਆਪਣੇ ਐਕਸਪੈਂਡੀਚਰ ਨੂੰ ਇੱਕ ਦੂਜੇ ਦੇ ਉੱਤੇ ਡਿਪੈਂਡੈਂਸ ਤੋਂ ਬਿਨਾਂ ਪੂਰਾ ਕਰ ਸਕਣ. It simply means that their income should be sufficient to perform the functions assigned to them. ਹਰ ਲੇਅਰ ਆਪਣੇ ਰਿਸੋਰਸਿਸ ਦੇ ਲਈ ਆਨਸਰੇਬਲ ਹੈ. ਜਿਵੇਂ ਸੈਂਟਰ ਗਵਰਨਮੈਂਟ ਰਿਸਪੌਂਸੀਬਲ ਹੈ ਤੇ ਆਨਸਰੇਬਲ ਹੈ ਟੂ ਪਾਰਲੀਮੈਂਟ, ਤੇ ਸਟੇਟ ਗਵਰਨਮੈਂਟ ਰਿਸਪੌਂਸੀਬਲ ਹੈ ਟੂ ਸਟੇਟ ਲੈਜਿਸਲੇਸ਼ਨਸ. ਸੈਕਿੰਡ ਪ੍ਰਿੰਸੀਪਲ ਹੈ ਦ ਪ੍ਰਿੰਸੀਪਲ ਆਫ ਐਡਿਕੁਏਸੀ ਐਂਡ ਇਲਾਸਟਿਸਿਟੀ. ਇਸ ਦਾ ਮਤਲਬ ਸਿੰਪਲ ਇਹ ਹੈ ਕਿ ਪਹਿਲੇ ਵਾਲੇ ਦੇ ਵਿੱਚ ਅਸੀਂ ਗੱਲ ਕਰ ਦਿੱਤੀ ਕਿ ਇੰਡੀਪੈਂਡੈਂਸ ਤੇ ਰਿਸਪੌਂਸੀਬਲ ਹੋਣੇ ਚਾਹੀਦੇ ਨੇ ਤੇ ਉਹਨਾਂ 'ਤੇ ਆਪਣੀਆਂ ਨੀਡ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਬਟ ਇਸ ਦੇ ਨਾਲ ਹੀ ਇਹ ਸਫੀਸ਼ੈਂਟ ਨਹੀਂ ਹੈ ਕਿ ਉਹ ਸਿਰਫ ਆਪਣੀਆਂ ਨੀਡਸ ਨੂੰ ਪੂਰਾ ਕਰ ਸਕਣ. ਇਸ ਦੇ ਨਾਲ ਇਹ ਵੀ ਹੈ ਕਿ ਟਾਈਮ ਆਫਟਰ ਟਾਈਮ ਉਹਨਾਂ ਦੇ ਸਿਸਟਮ ਦੇ ਵਿੱਚ ਇੰਨੀ ਇਲਾਸਟਿਸਿਟੀ ਹੋਣੀ ਚਾਹੀਦੀ ਹੈ ਕਿ ਉਹ ਜਿਵੇਂ ਜਿਵੇਂ ਸਰਕਮਸਟੈਂਸਿਸ ਚੇਂਜ ਹੁੰਦੇ ਨੇ ਜਿਹੜਾ ਸਿਸਟਮ ਵੀ ਹੈ ਉਵੇਂ ਹੀ ਚੇਂਜ ਹੋਵੇ. ਦੈਟ ਮੀਨਸ ਇੱਥੇ ਸਿਸਟਮ ਦੀ ਗੱਲ ਹੈ ਟੈਕਸ ਸਿਸਟਮ ਦੀ ਤੇ ਰੈਵਨਿਊ system ਦੀ ਕਿ center is in the need of rising immediate revenue due to war or any other natural calamity. It should be free to raise the revenue from the different sources. That means ਕਿ ਅਗਰ ਸੈਂਟਰ ਗਵਰਨਮੈਂਟ ਨੂੰ ਲੱਗ ਰਿਹਾ ਕਿ ਸਾਨੂੰ ਪੈਸੇ ਦੀ ਜ਼ਿਆਦਾ ਜ਼ਰੂਰਤ ਹੈ ਐਕਸਪੈਂਡੀਚਰ ਕਰਨ ਲਈ ਤਾਂ ਉਸਦੇ ਕੋਲ ਇੰਨੀ ਇਲਾਸਟਿਸਿਟੀ ਹੋਣੀ ਚਾਹੀਦੀ ਹੈ ਟੈਕਸ ਸਿਸਟਮ ਦੇ ਵਿੱਚ ਕਿ ਉਹ ਇਮੀਡੀਏਟਲੀ ਆਪਣੇ ਫੰਡਸ ਜਿਹੜੇ ਨੇ ਉਹ ਰੇਜ਼ ਕਰ ਸਕੇ. ਤੇ ਇਹ ਇਲਾਸਟਿਸਿਟੀ ਸਿਰਫ ਸੈਂਟਰ ਦੇ ਰਿਸੋਰਸਿਸ ਦੇ ਵਿੱਚ, ਟੈਕਸ ਰਿਸੋਰਸਿਸ ਦੇ ਵਿੱਚ ਹੀ ਨਹੀਂ, ਨੋਨ ਟੈਕਸ ਸੋਰਸਿਸ ਦੇ ਵਿੱਚ ਵੀ ਹੋਣੀ ਚਾਹੀਦੀ ਹੈ. ਇੱਥੇ ਫਸਟ ਪੁਆਇੰਟ ਦੇ ਰਿਗਾਰਡ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਇੰਡੀਪੈਂਡੈਂਸ ਅਟੋਨਮੀ ਦਿੱਤੀ ਤਾਂ ਹੋਈ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ, ਬਟ ਸਟੇਟ ਗਵਰਨਮੈਂਟ ਫਿਰ ਵੀ ਕਈ ਤਰ੍ਹਾਂ ਦੇ ਨਾਲ ਹਜੇ ਵੀ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਉੱਤੇ ਹੀ ਆਪਣੇ ਰਿਸੋਰਸਿਸ ਦੇ ਉੱਤੇ ਡਿਪੈਂਡੈਂਟ ਨੇ. ਟੈਕਸ ਰਿਸੋਰਸਿਸ ਜਿਹੜੇ ਨੇ ਸਟੇਟ ਗਵਰਨਮੈਂਟ ਕੋਲ ਘੱਟ ਨੇ ਤੇ ਸੈਂਟਰ ਗਵਰਨਮੈਂਟ ਕੋਲ ਜ਼ਿਆਦਾ ਨੇ. ਜਿੱਥੇ ਦੂਜੇ ਪੁਆਇੰਟ ਦੀ ਗੱਲ ਹੈ ਐਡਿਕੁਏਸੀ ਐਂਡ ਇਲਾਸਟਿਸਿਟੀ, ਤਾਂ ਇਲਾਸਟਿਕ ਟੈਕਸ ਸਿਸਟਮ ਦੇ ਵਿੱਚੋਂ ਦੀ ਸਿਰਫ ਪਹਿਲੇ ਜਿਹੜਾ ਸੀ ਉਹ ਵੈਟ ਸੀ ਇੰਡਾਇਰੈਕਟ ਟੈਕਸਿਸ ਦੇ ਵਿੱਚ, ਤੇ ਹੁਣ GST ਹੈ. ਇਸ ਤੋਂ ਇਲਾਵਾ ਇਲਾਸਟਿਕ ਟੈਕਸ ਸਿਸਟਮ ਦੀ ਵੀ ਇੰਡੀਅਨ ਇਕੋਨਮੀ ਦੇ ਵਿੱਚ ਕਮੀ ਪਾਈ ਜਾਂਦੀ ਹੈ. ਥਰਡ ਹੈ ਪ੍ਰਿੰਸੀਪਲ ਦ ਪ੍ਰਿੰਸੀਪਲ ਆਫ ਐਡਮਿਨਿਸਟ੍ਰੇਟਿਵ ਇਕੋਨਮੀ ਐਂਡ ਐਫੀਸ਼ੀਐਂਸੀ. ਇਸ ਦਾ ਮਤਲਬ ਸਿੰਪਲੀ ਹੈ ਕਿ ਜਦੋਂ ਰਿਸੋਰਸਿਸ ਦੀ ਡਿਵੀਜ਼ਨ ਹੁੰਦੀ ਹੈ, ਜਦੋਂ ਆਈਟਮਸ ਡਿਵਾਈਡ ਕੀਤੀਆਂ ਜਾਂਦੀਆਂ ਕਿ ਕਿਹੜੇ ਕੰਮ ਸੈਂਟਰ ਗਵਰਨਮੈਂਟ ਨੂੰ ਕਰਨੇ ਚਾਹੀਦੇ ਨੇ ਤੇ ਕਿਹੜੇ ਕੰਮ ਸਟੇਟ ਗਵਰਨਮੈਂਟ ਨੂੰ ਕਰਨੇ ਚਾਹੀਦੇ ਨੇ, ਤਾਂ ਇੱਥੇ ਐਫੀਸ਼ੀਐਂਸੀ ਤੇ ਇਕੋਨਮੀ ਦਾ ਪ੍ਰਿੰਸੀਪਲ ਫੋਲੋ ਕਰਨਾ ਚਾਹੀਦਾ ਹੈ ਕਿ ਜਿਹੜੀ ਲੇਅਰ ਆਫ ਗਵਰਨਮੈਂਟ ਜਿਹੜੇ ਕੰਮ ਦੇ ਵਿੱਚ ਐਫੀਸ਼ੀਐਂਟ ਹੈ ਉਸਨੂੰ ਉਹੋ ਜਿਹਾ ਕੰਮ ਹੀ ਅਸਾਈਨ ਕਰਨਾ ਚਾਹੀਦਾ. ਜਿਵੇਂ ਕਿ ਐਗਜ਼ਾਮਪਲ ਦੇ ਤੌਰ 'ਤੇ ਨੈਸ਼ਨਲ ਤੇ ਇੰਟਰਨੈਸ਼ਨਲ ਪਰਸਪੈਕਟਿਵ ਨਾਲ ਰਿਲੇਟਿਡ ਡਿਫੈਂਸ, ਫੋਰਨ ਅਫੇਅਰ, ਕਰੰਸੀ, ਇਹਨਾਂ ਇਸ਼ੂਜ਼ ਨਾਲ ਰਿਲੇਟਿਡ ਸਾਰੇ ਫੰਕਸ਼ਨ ਸੈਂਟਰ ਗਵਰਨਮੈਂਟ ਨੂੰ ਦਿੱਤੇ ਜਾਣੇ ਚਾਹੀਦੇ ਨੇ. ਤੇ ਲੋਕਲ ਇੰਪੋਰਟੈਂਸ ਨਾਲ ਰਿਲੇਟਿਡ ਜਿਹੜੇ ਫੰਕਸ਼ਨਸ ਨੇ ਜਿਵੇਂ ਕਿ ਐਗਰੀਕਲਚਰ ਹੋ ਗਿਆ, ਸਮਾਲ ਸਕੇਲ ਇੰਡਸਟਰੀ ਹੋ ਗਈ, ਐਜੂਕੇਸ਼ਨ, ਮੈਡੀਕਲ, ਪਬਲਿਕ ਹੈਲਥ ਫੈਸਿਲਿਟੀਜ਼, ਇਹ ਸਾਰੇ ਰਿਸੋਰਸਿਸ ਜਿਹੜੇ ਨੇ ਉਹ ਸਟੇਟ ਗਵਰਨਮੈਂਟ ਨੂੰ ਦਿੱਤੇ ਜਾਣੇ ਚਾਹੀਦੇ ਨੇ ਤਾਂ ਕਿ ਦੋਨੋਂ ਹੀ ਟਾਈਪਸ ਦੀਆਂ ਗਵਰਨਮੈਂਟ
अपने फंक्शंस उस अकॉर्डिंगली परफॉर्म अच्छे तरीके नाल कर सकन। इसी तरीके दे नाल टैक्स सिस्टम दे विच भी आउंदा है कि सोर्सिस जिहड़े ने इंपोर्ट ड्यूटी, एक्सपोर्ट ड्यूटी, इनकम टैक्स ये सेंटर गवर्नमेंट कोल आ जांदे ने ते लोकल इंपोर्टेंस दे जां लोकल सेल्स एंड परचेज टैक्स, एग्रीकल्चर रिलेटेड जिहड़े ने टैक्सिस वो सारे स्टेट गवर्नमेंट दे कोल आ जांदे ने। नैक्सट प्रिंसिपल है प्रिंसिपल ऑफ इक्विटी। प्रिंसिपल ऑफ इक्विटी दा मतलब है that justice should be done both in respect of the center and state government. So horizontal equity ਤੇ vertical equity ਵੀ ਹੋਣੀ ਚਾਹੀਦੀ ਹੈ ਟੈਕਸ ਪੇਅਰ ਦੇ ਵਿੱਚ ਵੀ ਤੇ ਡਿਫਰੈਂਟ ਲੇਅਰਸ ਆਫ ਗਵਰਨਮੈਂਟ ਦੇ ਵਿੱਚ ਵੀ, ਕਿ ਇਹ ਨਹੀਂ ਹੋਣਾ ਚਾਹੀਦਾ ਕਿ ਦੋਨਾਂ ਦੇ ਵਿੱਚ ਇੰਬੈਲੈਂਸ ਹੋਵੇ, ਸੈਂਟਰ ਕੋਲ ਜ਼ਿਆਦਾ ਰਿਸੋਰਸਿਸ ਹੋਣ ਤੇ ਸਟੇਟ ਕੋਲ ਘੱਟ ਰਿਸੋਰਸਿਸ ਹੋਣ। ਪਰ ਇੰਡੀਆ ਦੇ ਵਿੱਚ ਇਹ ਵੀ ਪ੍ਰੋਬਲਮ ਹੈ ਕਿ ਸੈਂਟਰ ਕੋਲ ਜ਼ਿਆਦਾ ਰਿਸੋਰਸਿਸ ਨੇ ਤੇ ਸਟੇਟ ਤੋਂ ਘੱਟ ਰਿਸੋਰਸਿਸ ਨੇ ਤੇ ਸਟੇਟ ਜਿਹੜੀਆਂ ਨੇ ਉਹ ਸੈਂਟਰ ਗਵਰਨਮੈਂਟ ਦੇ ਉੱਤੇ ਡਿਪੈਂਡੈਂਟ ਨੇ। Next is the principle of integration and coordination. So this is very simple from the name of the principle, that both the center and state government should work in the coordinated manner and ensure the national integration. कि ਇਹ ਨਹੀਂ ਹੋਣਾ ਚਾਹੀਦਾ ਇਹਨਾਂ ਦੋਨਾਂ ਦੇ ਵਿੱਚ ਲੜਾਈ ਇੰਨੀ ਜ਼ਿਆਦਾ ਹੋਏ, ਡਿਬੇਟਸ ਇੰਨੀਆਂ ਜ਼ਿਆਦਾ ਹੋਣ ਕਿ ਇਹ ਇੱਕ ਦੂਜੇ ਦੇ ਸਾਥ ਨਾ ਦੇਣ। ਇਹ ਨਹੀਂ ਹੋਣਾ ਚਾਹੀਦਾ ਕਿ ਸੈਂਟਰ ਗਵਰਨਮੈਂਟ ਕੋਈ ਹੋਰ ਹੈ ਤੇ ਸਟੇਟ ਗਵਰਨਮੈਂਟ ਉਹਨਾਂ ਦੀ ਪਾਰਟੀ ਨਹੀਂ ਹੈ ਤਾਂ ਸੈਂਟਰ ਗਵਰਨਮੈਂਟ ਉਹਨਾਂ ਦੇ ਨਾਲ ਪੱਖਪਾਤ ਦਾ ਬਿਹੇਵੀਅਰ ਕਰੇ। ਸੋ ਇਹ ਚੀਜ਼ਾਂ ਅਸੀਂ ਨੋਰਮਲੀ ਸੁਣਦੇ ਹਾਂ ਕਿ ਜਿਵੇਂ ਕਿ ਪੰਜਾਬ ਦੇ ਕੇਸ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜੇ ਪੰਜਾਬ 'ਚ ਉਹ ਗਵਰਨਮੈਂਟ ਹੋਵੇ ਜਿਹੜੀ ਕਿ ਨੈਸ਼ਨਲ ਲੈਵਲ ਤੇ ਗਵਰਨਮੈਂਟ ਨਾ ਹੋਵੇ ਜਾਂ ਦਿੱਲੀ 'ਚ ਹੋਵੇ, ਉਸ ਤਰੀਕੇ ਦੇ ਨਾਲ ਆਪਾਂ ਨੇ ਇੰਪੈਰੀਕਲੀ ਇਹ ਚੀਜ਼ ਐਵੀਡੈਂਸ ਕੀਤੀ ਹੈ ਕਿ ਸਟੇਟਸ ਨੂੰ ਕਈ ਵਾਰ ਇਸ ਚੀਜ਼ ਦਾ ਨੈਗੇਟਿਵ ਇੰਪੈਕਟ ਵੀ ਦੇਖਣਾ ਪੈਂਦਾ। Next is the principle of accountability. Principle of accountability, that means every should be accountable by the center and state government. ਜਿਵੇਂ ਕਿ assemblies ਦੇ ਵਿੱਚ ਤੇ parliament ਦੇ ਵਿੱਚ, state assemblies ਦੇ ਵਿੱਚ ਤੇ ਸੈਂਟਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਅਕਾਊਂਟੇਬਿਲਟੀ ਮੇਨਟੇਨ ਕੀਤੀ ਜਾਂਦੀ ਹੈ ਕਿ ਕਿਸ ਨੇ, ਕਿਹੜੀ ਗਵਰਨਮੈਂਟ ਨੇ ਕਿੱਥੇ ਕਿੱਥੇ ਖਰਚਾ ਕੀਤਾ ਹੈ, ਕਿੱਥੇ ਕਿੱਥੇ ਰਿਸੋਰਸਿਸ ਆ ਰਹੇ ਨੇ। ਦੈਟ ਮੀਨਸ ਸਾਰਿਆਂ ਦੇ ਅਕਾਊਂਟ ਡਿਟੇਲਸ ਜਿਹੜੇ ਨੇ ਉਹ ਪ੍ਰੋਪਰਲੀ ਵਿਦ ਪ੍ਰੂਫ ਜਿਹੜੇ ਨੇ ਉਹ ਮੇਨਟੇਨ ਕਰਨੇ ਚਾਹੀਦੇ ਨੇ। ਨੈਕਸਟ ਇਜ਼ ਦ ਪ੍ਰਿੰਸੀਪਲ ਆਫ ਯੂਨੀਫਾਰਮਿਟੀ। ਯੂਨੀਫਾਰਮਿਟੀ ਦਾ ਮਤਲਬ ਇਹ ਹੋ ਜਾਂਦਾ ਹੈ ਕਿ no discrimination should be done to them on the basis of religion, caste, creed and place of residence. So ਇੱਥੇ ਆਪਾਂ ਨੂੰ ਖੁਦ ਹੀ ਪਤਾ ਹੈ ਕਿ ਇੰਡੀਆ ਦੇ ਵਿੱਚ ਧਰਮ ਦੇ ਕਿਉਂਕਿ ਬਹੁਤ ਵੱਡੀ ਕੰਟਰੀ ਹੈ ਤਾਂ ਧਰਮ ਦੇ ਮੈਟਰ ਤੇ ਵੀ, ਕਾਸਟ ਦੇ ਮੈਟਰ ਤੇ ਵੀ, ਜਿਵੇਂ ਤੁਸੀਂ ਦੇਖਦੇ ਹੋ ਸੈਕਰੀਲੇਜ ਦਾ ਹੋਇਆ ਸੀਗਾ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਕਿੰਨਾ ਜ਼ਿਆਦਾ ਕੀਤਾ ਗਿਆ ਸੀ। ਤੇ ਇਸੇ ਤਰੀਕੇ ਦੇ ਨਾਲ ਜਿਹੜੇ ਨੇ ਹਿੰਦੂ, ਮੁਸਲਿਮ ਤੇ ਸਿੱਖ ਹਿੰਸਾ ਫੈਲਾਈ ਜਾਂਦੀ ਹੈ ਜਿਹੜੀ ਹੈ ਉਹ ਵੀ ਗਲਤ ਚੀਜ਼ ਹੈ। ਸੋ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਤੇ ਇਹਨਾਂ ਨੂੰ ਪੋਲੀਟਿਕਸ ਦਾ ਪਾਰਟ ਨਹੀਂ ਬਣਾਉਣਾ ਚਾਹੀਦਾ। ਸਟੇਟ ਤੇ ਸੈਂਟਰ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਦੇ ਵੱਲ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਸਾਡੀ ਪੂਰੀ ਗਵਰਨਮੈਂਟ ਨੂੰ ਸਟੇਟ ਨੂੰ ਅਲੱਗ ਤੇ ਸੈਂਟਰ ਨੂੰ ਅਲੱਗ ਨਹੀਂ ਦੇਖਣਾ ਚਾਹੀਦਾ ਬਲਕਿ ਸਾਰਿਆਂ ਇੱਕ ਹੀ ਦੇਖਣਾ ਚਾਹੀਦਾ। ਨੈਕਸਟ ਹੈ ਪ੍ਰਿੰਸੀਪਲ ਆਫ ਫਿਸਕਲ ਅਸੈਸ। ਇਹਦਾ ਮਤਲਬ ਇਹ ਹੈ ਕਿ ਹਰ ਲੇਅਰ ਆਫ ਗਵਰਨਮੈਂਟ, ਚਾਹੇ ਉਹ ਸੈਂਟਰ ਹੈ ਚਾਹੇ ਉਹ ਸਟੇਟ ਹੈ, ਉਸਨੂੰ ਇੰਨੀ ਕੁ ਫ੍ਰੀ ਅਸੈਸ ਹੋਣੀ ਚਾਹੀਦੀ ਹੈ ਕਿ ਉਹ ਨਵੇਂ ਸੋਰਸਿਸ ਆਫ ਰੈਵਨਿਊ ਜਨਰੇਟ ਕਰ ਸਕੇ ਤੇ ਉਸਨੂੰ ਜਦੋਂ ਵੀ ਜ਼ਰੂਰਤ ਹੈ ਤਾਂ ਉਹ ਆਪਣੇ ਚੀਜ਼ਾਂ ਨੂੰ ਆਪਣੇ ਅਕੋਰਡਿੰਗਲੀ ਅਸੈਪਟ ਕਰ ਸਕੇ, ਅਸੈਸ ਕਰ ਸਕੇ। ਜੇ ਜ਼ਰੂਰਤ ਹੈ ਕਿ ਸਾਡੇ ਸੰਵਿਧਾਨ ਦੇ ਅੰਡਰ ਕੋਈ ਚੀਜ਼ ਅਸੈਪਟਡ ਹੈ, ਕੋਈ ਚੇਂਜ ਅਸੈਪਟਡ ਹੈ ਤਾਂ ਉਸ ਸੰਵਿਧਾਨ ਦੇ ਚੇਂਜ ਨੂੰ ਜੋ ਵੀ ਉਹ ਸੰਵਿਧਾਨ ਅਲਾਉ ਕਰ ਰਿਹਾ, ਜਿੰਨੇ ਵੀ % ਅਲਾਉ ਕਰ ਰਿਹਾ, ਜਿੰਨੀ ਲਿਮਿਟ ਅਨਾਊਂਸ ਕਰ ਰਿਹਾ, ਉਸ ਚੀਜ਼ ਨੂੰ ਅਸੈਪਟ ਕਰਨ ਦੇ ਲਈ ਹਮੇਸ਼ਾ ਅਸੈਸ ਦੇਣੀ ਚਾਹੀਦੀ ਹੈ। ਕੋਈ ਵੀ ਪ੍ਰਿੰਸੀਪਲ ਜਿਹੜੀ ਹੈ ਫਿਸਕਲ ਫੈਡਰਲਿਜ਼ਮ ਦੇ ਵਿੱਚ ਸਕਸੈਸਫੁਲ ਨਹੀਂ ਹੈ ਜੇ ਅਸੀਂ ਇਸ ਨੂੰ ਇਹ ਮੰਨ ਕੇ ਚਲੀ ਜਾਈਏ ਕਿ ਇਹ ਕੋਈ ਪਰਮਾਨੈਂਟ ਪ੍ਰਿੰਸੀਪਲ ਹੈ। ਹਰ ਪ੍ਰਿੰਸੀਪਲ ਦਿੱਤੇ ਹੋਏ ਨੇ ਬਟ ਕੋਈ ਵੀ ਪਰਮਾਨੈਂਟ ਤੇ ਰਿਜਿਡਿਟੀ ਨਹੀਂ ਹੈ। ਐਡਜਸਟਮੈਂਟ ਤੇ ਰੀਐਡਜਸਟਮੈਂਟ ਟਾਈਮ ਆਫਟਰ ਟਾਈਮ ਇਹਨਾਂ ਦੇ ਵਿੱਚ ਹੁੰਦੀ ਰਹਿੰਦੀ ਹੈ ਤਾਂ ਕਿ ਇੱਕ ਜਿਹੜਾ ਫੈਡਰਲਿਜ਼ਮ ਹੈ ਉਸਨੂੰ ਸਹੀ ਤਰੀਕੇ ਦੇ ਨਾਲ, ਅੱਛੇ ਤਰੀਕੇ ਦੇ ਨਾਲ ਚਲਾਇਆ ਜਾ ਸਕੇ। ਥੈਂਕ ਯੂ।